ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਭ ਪ੍ਰਾਪਤ ਕਰਨ ਕਰੀਏ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ। ਕਿ ਭੀਮ ਚੰਦ ਦਾ ਭੇਜਿਆ ਕੋਤਵਾਲ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੇ ਕੋਲ ਅਨੰਦਪੁਰ ਸਾਹਿਬ ਨਗਰੀ ਆਇਆ। ਭੀਮ ਚੰਦ ਵੱਲੋਂ ਹਾਥੀ ਦੀ ਮੰਗ ਕਰਦਿਆਂ ਹੋਇਆ ਆਪਣਾ ਸੈਨਿਆ ਬਲ ਜਿਹੜਾ ਉਹ ਗੁਰਾਂ ਨੂੰ ਜਣਾਇਆ। ਸੁਣ ਗੁਰਾਂ ਨੇ ਅੰਤਰ ਜਾਣਤਾ ਨਾਲ ਕੋਤਵਾਲ ਨੂੰ ਹੋਈਆਂ ਭੀਮ ਚੰਦ ਦੇ ਕੋਲ ਗੱਲਾਂ ਸਾਰੀਆਂ ਪ੍ਰਗਟ ਸੁਣਾਈਆਂ। ਸੁਣ ਕੇ ਹੈਰਾਨ ਹੋਇਆ। ਗੁਰੂ ਮਹਿਮਾ ਤੋਂ ਅਵਗਤ ਹੋਇਆ ਤੇ ਚਰਨਾਂ ਤੇ ਝੁਕ ਗੁਰਾਂ ਦਾ ਸੇਵਕ ਬਣਿਆ। ਹੱਥ ਜੋੜ ਪੁੱਛਦਾ ਕਿ ਕੀ ਸੁਨੇਹਾ ਦੇਵਾਂ ਭੀਮ ਚੰਦ ਨੂੰ। ਸਤਿਗੁਰਾਂ ਕਿਹਾ ਕਿ ਹਾਥੀ ਅਸੀਂ ਦੇਣਾ ਨਹੀਂ। ਇਹ ਗੱਲ ਤੇ ਮੰਨਣ ਚਾਹੁੰਦੀ ਹੈ ਤੇ ਉਚਿਤ ਹੈ, ਤੇ ਜੇ ਜੰਗ ਕਰਨਾ ਚਾਹੁੰਦਾ ਤੇ ਅਸੀਂ ਤਤਪਰ ਤਿਆਰ ਹਾਂ। ਇਹ ਦੂਤ ਬਿਲਾਸਪੁਰ ਪਹੁੰਚਾ ਹੈ। ਇਸ ਦੂਤ ਕੋਤਵਾਲ ਨੇ ਭੀਮ ਚੰਦ ਦੇ ਪੁੱਛਣ ਤੋਂ ਸਤਿਗੁਰੂ ਸਾਹਿਬਾਂ ਦੀ ਇਸ ਨਿਰਭੈਤਾ ਨਿਰਖੌਫਤਾ ਅਤੇ ਸਤਿਗੁਰਾਂ ਦੀ ਸਰਬੱਗਤਾ ਤੋਂ ਜਣਾਉਂਦਿਆਂ ਹੋਇਆ ਗੁਰੂ ਚਰਨਾਂ ਤੇ ਝੁਕਣ ਵਾਸਤੇ ਭੀਮ ਚੰਦ ਨੂੰ ਪ੍ਰੇਰਿਤ ਕੀਤਾ। ਇਹ ਪ੍ਰਸੰਗ ਆਪਾਂ ਸੁਣ ਚੁੱਕੇ ਹਾਂ। ਅੱਗੋਂ ਕਥਾ ਆਰੰਭ ਹੋ ਰਹੀ ਹੈ। ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰ ਲਾਭ ਪ੍ਰਾਪਤ ਕਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੋਹ ਮਦ ਮਹਿ ਨਹਿ ਕਾ ਬਖੇਰਾ। ਕੋਤਵਾਲ ਕਹਿ ਰਿਹਾ ਹੈ ਕਿ ਰਾਜਾ ਭੀਮ ਚੰਦ ਮੇਰੇ ਮਤ ਮਤੇ ਦੇ ਅਨੁਸਾਰ ਮੇਰੀ ਸਲਾਹ ਨਾਲ ਬਖੀਰਾ ਚੰਗਾ ਨਹੀਂ। ਗੁਰੂ ਨਾਲ ਝਗੜਾ ਪਾਉਣਾ ਚੰਗੀ ਗੱਲ ਨਹੀਂ ਹੈ। ਹੀਰਾ ਆਨੰਦਪੁਰ ਮੈਂ ਹੀਰਾ। ਅਨੰਦਪੁਰ ਸਾਹਿਬ ਨਗਰੀ ਮੈਂ ਗਿਆ ਤੇ ਵੇਖਿਆ ਉੱਥੇ ਬਹੁਤ ਖੇੜਾ ਹੈ, ਬਹੁਤ ਆਨੰਦ ਤੇ ਬਹੁਤ ਖੁਸ਼ੀਆਂ ਦਾ ਮਾਹੌਲ ਹੈ। ਸੁਬਤ ਸ਼ਸਤਰ ਧਾਰ ਵਿਦੰ ਤੁਰੰਗਾ। ਸ਼ਸਤਰ ਧਾਰੇ ਉੱਥੇ ਸੂਰਮੇ ਬੇਅੰਤ ਹੈ। ਫਿਰ ਤੁਰੰਗ ਘੋੜੇ ਗੁਰਾਂ ਕੋਲ ਬਹੁਤ ਹੈ। ਰੰਗ ਰੰਗ ਸੁੰਦਰ ਸਰਪੰਗ ਤੇ ਸਾਰੇ ਹੀ ਰੰਗਾਂ ਕਰਕੇ ਬਹੁਤ ਸੁੰਦਰ ਤੇ ਰੰਗਾਂ ਰੰਗਾਂ ਦੀ ਮੈਂ ਨਗਰੀ ਵਿੱਚ ਖੁਸ਼ਹਾਲੀ ਪ੍ਰਸੰਨਤਾ
ਤੇ ਖੇੜਾ ਵੇਖ ਕੇ ਆਇਆ ਹਾਂ। ਜਿਮ ਰਾਜਧਾਨੀ ਧੂਪ ਬਹਾਨੀ, ਅਨੰਦਪੁਰ ਸਾਹਿਬ ਨਗਰੀ ਤੇ ਇਉਂ ਸ਼ੋਭਦੀ ਹੈ ਜਿਸ ਤਰ੍ਹਾਂ ਕਿਸੇ ਬਹੁਤ ਵੱਡੇ ਭੂਪ, ਬਹੁਤ ਵੱਡੇ ਚੱਕਰਵਰਤੀ ਸਮਰਾਟ ਦੀ ਰਾਜਧਾਨੀ ਹੋਵੇ। ਹਾਨੀ ਸ਼ਸਤਰਨ ਕਰਹਿ ਪਛਾਨੀ, ਅਤੇ ਹਾਨੀ ਸ਼ਸਤਰਨ ਨਹੀਂ ਸ਼ਤਰੂ ਨਾਮ ਵੈਰੀ, ਜੋ ਸ਼ਤਰੂਆਂ ਦਾ ਨਾਸ਼ ਕਰਨ ਵਾਲੇ ਉੱਥੇ ਸ਼ਸਤਰਧਾਰੀ ਸੂਰਮੇ ਹਨ, ਜਿਨ੍ਹਾਂ ਵੱਲ ਤੱਕਦਿਆਂ ਹੀ ਵੇਖਦਿਆਂ ਹੀ ਅਨੁਮਾਨ ਲੱਗਦਾ ਹੈ ਕਿ ਸਾਹਮਣੇ ਆਉਣ ਵਾਲੇ ਸ਼ਤਰੂਆਂ ਦਾ ਵਿਨਾਸ਼ ਕਰਨ ਲੱਗਿਆ ਇਹ ਖਿਲ ਕਾਲ ਨਹੀਂ ਆਉਣਗੇ। ਸ਼ਾਨੀ ਨਹੀਂ ਵਿਦਤ ਤੁਮ ਜਾਨੀ, ਇਹ ਗੱਲ ਕੋਈ ਸ਼ਾਨੀ ਨਹੀਂ, ਲੁਕੀ ਵੀ ਨਹੀਂ ਹੈ, ਪ੍ਰਗਟ ਹੀ ਹੈ ਤੇ ਤੁਸੀਂ ਵੀ ਜਾਣਦੇ ਹੋ। ਓ ਗੁਰ ਕੀ ਕਹਉ ਕਹਾਣੀ, ਰਾਜਨ ਸਤਿਗੁਰਾਂ ਦੀ ਕਿਹੜੀ ਕਿਹੜੀ ਕਹਾਣੀ ਮੈਂ ਕਹਾਂ, ਅਰਥਾਤ ਗੁਰਾਂ ਦੀ ਮਹਿਮਾ ਵਿੱਚ ਕਿਹੜਾ ਕਿਹੜਾ ਪ੍ਰਸੰਗ ਮੈਂ ਦੱਸਾਂ। ਜਿਉ ਕਿਉ ਕਰ ਗਜ ਕੋ ਨਹਿ ਦੇਤ, ਜਿਵੇਂ ਕਿਵੇਂ ਵੀ ਕਰ ਲਈਏ ਗੁਰੂ ਹਾਥੀ ਨਹੀਂ ਦੇਣਗੇ। ਸਤਿਗੁਰੂ ਜੀ ਗਜਰਾਜ ਪ੍ਰਸ਼ਾਦੀ ਹਾਥੀ ਨਹੀਂ ਦੇਣਗੇ। ਨੀਕੇ ਪਾਏ ਲੀਨ ਮੈਂ ਭੇਦ, ਇਹ ਜਿਹੜਾ ਭੇਦ ਹੈ ਇਹ ਮੈਂ ਚੰਗੀ ਤਰ੍ਹਾਂ ਪਾ ਲਿਆ। ਇਹ ਗੱਲ ਤੇ ਮੈਂ ਚੰਗੀ ਤਰ੍ਹਾਂ ਲੱਖ ਲਈ ਹੈ ਕਿ ਸਤਿਗੁਰਾਂ ਨੇ ਪ੍ਰਸ਼ਾਦੀ ਹਾਥੀ ਨਹੀਂ ਦੇਣਾ, ਜੋ ਵੀ ਆਪਾਂ ਮਰਜ਼ੀ ਕਰ ਲਈਏ। ਤੁਮ ਭੀ ਮਨ ਤੇ ਤਰਹ ਵਿਰੋਧਾ, ਪਰ ਇਹ ਸਲਾਹ ਹੈ ਮੇਰੀ ਵੀ, ਅਨਿਆ ਵਜ਼ੀਰ ਹੋਰ ਜਿਹੜੇ ਤੁਹਾਡੇ ਦਾਸ ਹੈ ਉਹਨਾਂ ਕੋਲੋਂ ਵੀ ਪੁੱਛ ਲਓ, ਅਥਵਾ ਵਿਸ਼ੇਸ਼ ਕਰਕੇ ਮੇਰੀ ਤਾਂ ਇਹ ਸਲਾਹ ਹੈ ਤੁਹਾਨੂੰ ਕਿ ਜਿਹੜਾ ਵਿਰੋਧ ਹੈ ਇਹ ਤੁਸੀਂ ਤਿਆਗ ਦਿਓ। ਸ੍ਰੀ ਕਲਗੀਧਰ ਤੀਰਥ ਜੋਦਾ, ਕਿਉਂਕਿ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੜੇ ਵੱਡੇ ਯੋਧੇ ਹੈ, ਬੜੇ ਵੱਡੇ ਸੂਰਮੇ ਹੈ। ਬਾਤ ਕਹਾਂ ਇਹ ਬਬਰੂ ਕਰੀ, ਇਹ ਕਰੀ ਨਾਮ ਹਾਥੀ, ਇਹ ਵਿਚਾਰੇ ਹਾਥੀ ਦੀ ਤੇ ਗੱਲ ਹੀ ਕੀ ਹੈ। ਕਰੀ ਨਾ ਆਸ਼ੀ ਜ਼ਿਦ ਇਮ ਧਰੀ, ਇਸ ਤਰ੍ਹਾਂ ਦੀ ਜਿੱਦ ਕਰਨੀ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ। ਹਾਥੀ ਦੀ ਕਿਹੜੀ ਗੱਲ ਹੈ? ਹਾਥੀ ਹੋਰ ਬੇਅੰਤ ਹਨ ਕਿ ਤੁਹਾਡੇ ਕੋਲ ਕਿਹੜਾ ਹਾਥੀਆਂ ਦੀ ਕਮੀ ਹੈ? ਬੇਅੰਤ ਤੁਹਾਡੇ ਕੋਲ ਹਾਥੀ ਹੈ। ਇੱਕ ਹਾਥੀ ਦੇ ਕਾਰਨ ਸਤਿਗੁਰਾਂ ਦੇ ਨਾਲ ਸ਼ਤਰੁਤਾ ਲੈ ਰਹੇ ਨੇ, ਇਹ ਕੋਈ ਦਾਨਸ਼ਮੰਦਤਾ ਨਹੀਂ ਹੈ। ਆਪ ਭੀ ਸੰਤ ਆਨੰਦ ਉਪਾਵੋ, ਹਾਲੇ ਵੀ ਕੁਝ ਬਹੁਤ ਵਿਗੜਿਆ ਨਹੀਂ। ਸਤਿਗੁਰਾਂ ਨਾਲ ਸੰਧੀ ਕਰੋ, ਸਤਿਗੁਰਾਂ ਨਾਲ ਪ੍ਰੇਮ ਪਾਓ ਤੇ ਆਨੰਦ ਜਿਹੜਾ ਖੇੜਾ ਖੁਸ਼ੀਆਂ ਉਹ ਪ੍ਰਾਪਤ ਕਰੋ। ਪਾਵੋ ਮਨ ਪਾਸ਼ਤ ਹਰ ਖਾਵੋ, ਤੇ ਸਤਿਗੁਰਾਂ ਦੇ ਦਰ ਤੋਂ ਮਨੋ ਵਾਂਛਿਤ ਵਰ ਪਾ ਕੇ ਪ੍ਰਸੰਨਤਾ ਨੂੰ ਹਾਸਲ ਕਰੋ। ਸੋਨਾ ਨਿਰੰਤਰ ਉਰ ਲਗਿਓ ਵਿਚਾਰਨ, ਕੋਤਵਾਲ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਵਿਚਾਰ ਕੀਤੀ ਹੈ ਰਾਜੇ ਨੇ। ਚਾਰਨ ਜਿਉ ਜਸ ਕਰੈ ਹੈ ਉਚਾਰਨ, ਚਾਰਨ ਜਿਉ ਜਿਸ ਤਰ੍ਹਾਂ ਬੰਦੀ ਜਨ ਜਸ ਕਰਦੇ ਐ, ਜਿਵੇਂ ਭੱਟ ਜਸ ਗਾਉਂਦੇ ਐ। ਚਾਰਨ ਪਠਾਉ ਰਖਾਉ ਸੁਧ ਸਾਰੀ, ਉਸ ਤਰ੍ਹਾਂ ਇਹ
ਗੁਰਾਂ ਦਾ ਜਸ ਗਾ ਰਿਹਾ ਹੈ। ਵਜ਼ੀਰ ਵੀ ਆਇਆ ਸੀ ਤੇ ਕੋਤਵਾਲ ਵੀ ਆਇਆ ਹੈ। ਇਹ ਗੁਰੂ ਦੀ ਮਹਿਮਾ ਇਸ ਤਰ੍ਹਾਂ ਗਾਉਂਦੇ ਜਿਵੇਂ ਬੰਦੀ ਜਾਨ ਹੁਣ ਭੱਟ ਹੋਣ, ਗੁਰੂ ਦੀ ਮਹਿਮਾ ਹੀ ਗਾਈ ਜਾਂਦੇ ਹੈ। ਇਸ ਵਾਸਤੇ ਮੈਨੂੰ ਚਾਹੀਦਾ ਹੈ ਕਿ ਮੈਂ ਕੋਈ ਚਾਰਨ ਭੇਜਾਂ। ਚਾਰਨ ਨਾਮ ਗੁਪਤਚਰ, ਚਾਰਨ ਨਾਮ ਸੂਈਆ। ਮੈਂ ਸਤਿਗੁਰਾਂ ਦੇ ਕੋਲ ਭੇਜਾਂ ਜਿਹੜਾ ਮੈਨੂੰ ਗੁਰਾਂ ਦੀ ਪਲ ਪਲ ਦੀ ਸੂਚਨਾ ਪਹੁੰਚਾਵੇ। ਏਤਕ ਦਿਨ ਅਬਦੈ ਹਉ ਟਾਰੀ। ਕਿੰਨੇ ਕੁ ਦਿਨ ਹੁਣ ਮੈਂ ਟਾਲਾ ਕਰ ਦੇਣਾ, ਭਾਵ ਗੁਪਤ ਹੋ ਜਾਣਾ। ਸੁਨਤ ਸਭਨ ਕੇ ਤਬ ਹੈ ਬਖਾਨਾ। ਤੇ ਸਾਰਿਆਂ ਦੇ ਸੁਣਦਿਆਂ ਹੋਇਆਂ ਹੀ ਤਦੋਂ ਇਹ ਭੀਮ ਚੰਦ ਬੋਲਿਆ, ਵਿਚਾਰ ਕੇ ਮਨ ਵਿੱਚ ਸੋਚ ਕੇ ਕਹਿਣ ਲੱਗਾ, ਮੈਂ ਅਬ ਕਹਿਓ ਤੁਮਾਰੋ ਮਾਨਾ। ਕਿ ਮੈਂ ਤੁਹਾਡਾ ਕਿਆ ਮੰਨ ਲਿਆ। ਕੋਤਵਾਲ, ਹੇ ਵਜ਼ੀਰ, ਤੁਹਾਡੀ ਕਈ ਗੱਲ ਮੈਂ ਮੰਨ ਲਈ। ਧੀਰ ਵਜ਼ੀਰ ਸੁਮਤ ਕੁਟਵਾਰ। ਇਹ ਵਜ਼ੀਰ ਵੀ ਬੜਾ ਧੀਰਜ ਧਾਰੀ, ਬੜਾ ਸਿਆਣਾ ਹੈ। ਇਹ ਵੀ ਇਹੋ ਸਲਾਹ ਦਿੰਦਾ ਹੈ ਕਿ ਬਖੇਰਾ ਨਾ ਛੇੜਿਆ ਜਾਵੇ। ਕੋਤਵਾਲ ਵੀ ਸਿਆਣਾ ਹੈ, ਇਹਨੇ ਵੀ ਆ ਕੇ ਇਹੀ ਸਲਾਹ ਦਿੱਤੀ ਹੈ ਕਿ ਝਗੜਾ ਪਾਉਣਾ ਚੰਗੀ ਗੱਲ ਨਹੀਂ ਹੈ। ਤੇ ਤੁਹਾਡੀ ਗੱਲ ਮੰਨ ਕੇ ਮੈਂ ਹੁਣ ਗੁਪਤ ਹੋ ਜਾਂਦਾ ਹਾਂ। ਅਪਰ ਸਰਾਹਤ ਗੁਰੂ ਉਦਾਰ। ਫਿਰ ਅਪਰ ਹੋਰ ਵੀ ਗੁਰੂ ਦੀ ਸਲਾਹਤਾ ਕਰਦੇ ਮੈਂ ਸੁਣਿਆ। ਹੋਰ ਵੀ ਗੁਰੂ ਦੀ ਮਹਿਮਾ ਗਾਉਂਦੇ ਐ। ਏਤਕ ਦਿਨ ਉਰ ਧੀਰਜ ਧਰਉ। ਕਿੰਨੇ ਕੁ ਦਿਨ ਮੈਂ ਹੁਣ ਧੀਰਜ ਧਾਰਨ ਕਰਕੇ ਰੱਖਾਂਗਾ। ਵਿਆਹ ਨਿਕਟ ਤਬ ਜਾਚਨ ਕਰੋ। ਹੁਣ ਤੇ ਮੈਂ ਨਹੀਂ ਹਾਥੀ ਮੰਗਦਾ, ਪਰ ਜਦੋਂ ਵਿਆਹ ਨੇੜੇ ਆ ਜਾਵੇਗਾ ਨਾ ਮੇਰੇ ਪੁੱਤਰ ਦਾ, ਤੇ ਉਦੋਂ ਮੈਂ ਜ਼ਰੂਰ ਹਾਥੀ ਮੰਗਾਂਗਾ। ਤਾਬ ਤੋ ਲੈਨੋ ਬਨੈ ਜ਼ਰੂਰ। ਉਦੋਂ ਤੇ ਜ਼ਰੂਰ ਹੀ ਲੈਣਾ ਬਣਦਾ ਹੈ ਨਾ ਹਾਥੀ, ਜਦੋਂ ਮੇਰੇ ਪੁੱਤਰ ਦਾ ਵਿਆਹ ਹੋਵੇਗਾ। ਇੱਕ ਕੁੰਚਰ ਅਰ ਡੇਰੋ ਰੂਰ। ਇੱਕ ਕੁੰਚਰ ਹਾਥੀ, ਪ੍ਰਸ਼ਾਦੀ ਹਾਥੀ, ਤੇ ਫਿਰ ਮੈਂ ਨਾਲ ਇੱਕ ਡੇਰਾ ਵੀ ਲਵਾਂਗਾ। ਡੇਰਾ ਨਾਮ ਤੰਬੂ, ਜਿਹੜਾ ਗੁਰਾਂ ਦੇ ਕੋਲ 2.5 ਲੱਖ ਰੁਪਏ ਦੀ ਲਾਗਤ ਨਾਲ ਬਣਿਆ, ਕਾਬਲੋਂ ਤਿਆਰ ਹੋ ਕੇ ਆਇਆ ਤੰਬੂ ਹੈ। ਉਹ ਤੰਬੂ ਵੀ ਮੈਂ ਲਵਾਂਗਾ। ਯਥਾ ਜੋਗ ਤਬ ਜਾਚਨ ਹੋਏ। ਉਦੋਂ ਜਾਚਣਾ ਜਥਾ ਉਚਿਤ ਹੋਵੇਗਾ, ਉਦੋਂ ਮੰਗਣਾ ਯੋਗ ਹੋਵੇਗਾ। ਵਿਆਹ ਵਿਖੈ ਲੇਵਤ ਸਭ ਕੋਏ। ਕਿਉਂਕਿ ਵਿਆਹ ਦੇ ਵਿੱਚ ਤਾਂ ਹਰ ਕੋਈ ਹੀ ਮੰਗਵੀਆਂ ਵਸਤੂਆਂ ਲੈਂਦਾ ਹੈ। ਵਿਆਹ ਵਿੱਚ ਤੇ ਭਾਵੇਂ ਗਰੀਬ ਹੋਵੇ, ਉਹ ਵੀ ਆਂਢੋਂ ਗੁਆਂਢੋਂ ਮੰਜੇ ਬਿਸਤਰੇ ਆਦਿ ਮੰਗ ਲਿਆਉਂਦਾ, ਜਾਂ ਹੋਰ ਰੋੜੀ ਦੀਆਂ ਵਸਤੂਆਂ। ਰਾਜੇ ਮਹਾਰਾਜੇ ਹੋਣ, ਉਹ ਵੀ ਆਪਣੇ ਨਾਲ ਦੇ ਰਾਜਿਆਂ ਸਮਰਾਟਾਂ ਦੇ ਕੋਲੋਂ ਮੰਗਵੀਆਂ ਵਸਤੂਆਂ ਲੈ ਲੈਂਦੇ ਆ ਵਿਆਹ ਸ਼ਗਨਾਂ ਦੇ ਵੇਲੇ। ਤੇ ਉਦੋਂ ਤੇ ਮੈਂ ਜ਼ਰੂਰ ਲਵਾਂਗਾ। ਦੋਨੋਂ ਦੇਸ਼ ਤੇ ਸੰਧ ਬਨੰਤੀ। ਸੋ ਦੋਨੋਂ ਹੀ ਤਰਫਾਂ ਤੋਂ ਸੰਧੀ ਵਾਲੀ ਗੱਲ ਹੋਵੇ ਤੇ ਤਾਂ ਹੀ ਮੇਲ ਹੁੰਦਾ ਹੈ ਨਾ। ਕੋਤਵਾਲ, ਹੈ ਵਜ਼ੀਰ, ਤੁਸੀਂ ਕਹਿੰਦੇ ਹੋ ਕਿ ਮੈਂ ਗੁਰੂ ਨਾਲ ਸੰਧੀ ਕਰ ਲਵਾਂ, ਤੇ ਸੰਧੀ ਤੇ ਤਾਂ ਹੀ ਹੋਵੇ ਨਾ ਜੇ ਦੋਵਾਂ ਪਾਸਿਆਂ ਤੋਂ ਮੇਲ ਹੋਣਾ ਚਾਹਵੇ। ਇੱਕ ਕੀ ਚਾਹੇ ਨਹਿ ਸੁਧਰੰਤੀ। ਇੱਕ ਦੇ ਚਾਹੁਣ ਨਾਲ ਗੱਲ ਨਹੀਂ ਸੁਧਰਦੀ, ਦੋਵੇਂ ਜਾਣੇ ਚਾਹੁਣ ਤਾਂ ਗੱਲ ਸੁਧਰਦੀ ਹੈ, ਤਾਂ ਮੇਲ ਜੋਲ ਵੱਧਦਾ ਹੈ। ਤੇ ਮੈਂ ਚਾਹਾਂਗਾ ਗੁਰੂ ਨਾਲ ਮੇਲ ਕਰਨਾ, ਪਰ ਮੈਨੂੰ ਹਾਥੀ ਤੇ ਜਿਹੜਾ ਤੰਬੂ ਹੈ ਉਹ ਮੇਰੇ ਪੁੱਤਰ ਦੇ ਵਿਆਹ ਵਿੱਚ ਦੇ ਦੇਣ। ਤੇ ਪਰ ਜੇ ਉਹ ਨਹੀਂ ਦੇਣਗੇ ਤੇ ਫਿਰ ਤੇ ਸੰਧੀ ਹੋਣੀ ਔਖੀ ਹੈ ਨਾ। ਕਿਉਂਕਿ ਸੰਧੀ ਅਰਥਾਤ ਪਿਆਰ ਦੋਨਾਂ ਤਰਫਾਂ ਤੋਂ ਹੀ ਜਿਹੜਾ ਉਹ ਹੋਵੇ ਤੇ ਖੇਡ ਬਣਦੀ ਹੈ। ਤੁਮਰੇ ਕਹਿਓ ਕਰਿਓ ਮੈਂ ਟਾਰਾ। ਸੋ ਤੁਹਾਡੇ ਕਹਿਣ ਤੋਂ ਹੁਣ ਮੈਂ ਟਾਲਾ ਕਰ ਦਿੱਤਾ ਹੈ। ਪੁਨ ਅਨੁਗ੍ਰਹ ਵਸਤ ਉਦਾਰਾ। ਤੇ ਪੁਨ ਅੰਨ
ਦੁਐ ਵਸਤ ਉਦਾਰਾ। ਪੁੰਨ ਨਾਮ ਫਿਰ ਇਹ ਜਿਹੜੀਆਂ ਦੋ ਵਸਤੂਆਂ ਹਾਥੀ ਤੇ ਤੰਬੂ ਇਹ ਤੁਸੀਂ ਲੈ ਕੇ ਆਓਗੇ। ਸੁਨ ਵਜ਼ੀਰ ਨ੍ਰਿਪ ਅਦਕ ਸਰਾਹਾ। ਸੁਣ ਕੇ ਵਜ਼ੀਰ ਨੇ ਰਾਜੇ ਦੀ ਸਲਾਹੁਤਾ ਕੀਤੀ, ਰਾਜਨ ਬਹੁਤ ਉਚਿਤ ਹੈ। ਏਮ ਹੀ ਆਸ਼ੀ ਜਿਮ ਤੁਮ ਚਾਹਾ। ਜਿਵੇਂ ਤੁਸਾਂ ਚਾਹਿਆ ਇਹੋ ਹੀ ਚੰਗੀ ਗੱਲ ਹੈ, ਸ੍ਰੇਸ਼ਟ ਗੱਲ ਹੈ। ਦੋਹਰਾ ਇਸ ਪ੍ਰਕਾਰ ਕੋ ਮਤ ਕਰਿਓ। ਇਸ ਤਰ੍ਹਾਂ ਮਤਾ ਮਤਾਇਆ ਹੈ, ਇਸ ਤਰ੍ਹਾਂ ਸਲਾਹ ਕੀਤੀ ਹੈ। ਵਿਆਹ ਨਿਕਟ ਪੁਨ ਜਾਏ। ਕਿ ਵਿਆਹ ਜਿਹੜਾ ਹੈ ਉਹ ਜਦੋਂ ਨੇੜੇ ਆਵੇਗਾ ਫਿਰ ਸਤਿਗੁਰਾਂ ਦੇ ਕੋਲੋਂ ਮੰਗਣ ਵਾਸਤੇ ਜਾਵਾਂਗੇ। ਇੱਕ ਡੇਰਾ ਅਰ ਦੁਰਦ ਕੋ। ਇੱਕ ਡੇਰਾ ਨਾਮ ਤੰਬੂ ਤੇ ਇੱਕ ਦੁਰਦ ਨਾਮ ਹਾਥੀ। ਗੁਰ ਤੇ ਜਾਚਤ ਲਿਆਏ। ਗੁਰਾਂ ਕੋਲੋਂ ਜਾਚ ਕੇ ਮੰਗ ਕੇ ਲੈ ਆਵਾਂਗੇ। ਕਿਉ ਪਈ ਭੀਮ ਚੰਦ ਇਮਟਰ ਕੁਛ ਰਹਿਓ। ਇਸ ਤਰ੍ਹਾਂ ਭੀਮ ਚੰਦ ਨੇ ਕੁਝ ਕਾਲ ਟਾਲਾ ਕੀਤਾ ਹੈ। ਵਿਆਹ ਪ੍ਰਤੀਖਤ ਆਨੰਦ ਲਹਿਓ। ਵਿਆਹ ਦੀ ਉਡੀਕ ਕਰ ਰਿਹਾ ਹੈ ਤੇ ਮਨ ਦੇ ਵਿੱਚ ਬੜਾ ਆਨੰਦਿਤ ਹੈ, ਪ੍ਰਸੰਨ ਹੈ। ਇਤ ਕਲਗੀ ਧਰ ਕਰਹਿ ਬਿਲਾਸਾ। ਇਧਰ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਅਨੇਕ ਤਰ੍ਹਾਂ ਦੇ ਵਿਲਾਸ ਕੌਤਕ ਕਰ ਰਹੇ ਹੈ। ਸ਼ਸਤਰਨ ਕੋ ਨਿਤ ਹੋਏ ਅਭਿਆਸਾ। ਨਿਤਾ ਪ੍ਰਤੀ ਨਾਮ ਹਮੇਸ਼ਾ ਹੀ ਸ਼ਸਤਰਾਂ ਦਾ ਅਭਿਆਸ ਕਰਦੇ ਹੈ। ਦਿਨ ਪ੍ਰਤ ਰਾਖੈ ਆਯੁਧ ਧਾਰੀ। ਪ੍ਰਤੀ ਦਿਨ ਸਤਿਗੁਰੂ ਜੀ ਆਯੁਧ ਨਾਮ ਸ਼ਸਤਰ ਧਾਰਨ ਕਰਕੇ ਰੱਖਦੇ ਹੈ। ਮਹਾ ਸੁਬਟ ਜੇ ਜੰਗ ਮਝਾਰੀ। ਮਹਾ ਨਾਮ ਵੱਡੇ ਜਿਹੜੇ ਸੁਬਟ ਸੂਰਮੇ ਹਨ, ਜੋ ਜੰਗ ਦੇ ਵਿੱਚ ਸ਼ਤਰੂ ਦੀਆਂ ਜੋ ਕਿ ਮੁਕਾਬਲਾ ਕਰਕੇ ਤੇ ਸ਼ਤਰੂ ਦਾ ਵਿਨਾਸ਼ ਕਰਨ ਵਾਲੇ ਹੈ, ਸ਼ਤਰੂ ਦੀਆਂ ਫੌਜਾਂ ਨੂੰ ਖਦੇੜ ਦੇਣ ਵਾਲੇ ਐਸੇ ਮਹਾਬਲੀ ਸਤਿਗੁਰਾਂ ਦੇ ਸੂਰਮੇ ਸ਼ਸਤਰਾਂ ਦਾ ਅਭਿਆਸ ਕਰਦੇ। ਤੋਮਰ ਤੀਰ ਤੁਪਕਾ ਚਲਵਾਵੈ। ਸਤਿਗੁਰੂ ਜੀ ਸੂਰਮਿਆਂ ਕੋਲੋਂ ਅਭਿਆਸ ਕਰਵਾਉਂਦੇ। ਤੋਮਰ ਇਹ ਵੀ ਬਰਛੇ ਹੁੰਦੇ, ਤੀਰ ਤੁਪਕ ਬੰਦੂਕਾਂ ਚਲਵਾਵੈ ਕਹਿ ਕਹਿ ਕੇ ਚਲਵਾਉਂਦੇ ਆ, ਅਭਿਆਸ ਕਰਵਾਉਂਦੇ ਆ। ਬ੍ਰਿੰਦ ਤੁਰੰਗਮ ਮੋਲ ਅਨਾਵੈ। ਫਿਰ ਬਹੁਤ ਘੋੜੇ ਸੂਰਮਿਆਂ ਵਾਸਤੇ ਸਤਿਗੁਰੂ ਜੀ ਮੁੱਲ ਵੀ ਮੰਗਵਾਉਂਦੇ, ਸੰਗਤਾਂ ਲੈ ਕੇ ਵੀ ਆਉਂਦੀਆਂ, ਕਿਉਂਕਿ ਹੁਣ ਗਰੀਬ ਸੰਗਤਾਂ ਤੇ ਘੋੜਾ ਚੜਾ ਨਹੀਂ ਸਕਦੀਆਂ। ਜਿਹੜੇ ਰਈਸ ਗੁਰਸਿੱਖ ਹੈ ਉਹ ਘੋੜੇ ਸ਼ਸਤਰ ਲਿਆਉਂਦੇ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕੋਲ ਸੈਨਾ ਅਦਕ ਵੱਧਦੀ ਜਾ ਰਹੀ ਹੈ। ਇਸ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਮੁੱਲ ਵੀ ਘੋੜੇ ਖਰੀਦਦੇ ਐ। ਭਾਈ ਕਲਮ ਜਾਰੀ ਭਟ ਰਾਖੇ। ਕਲਮ ਜਾਰੀ ਹੋ ਗਈ। ਕਲਮ ਜਾਰੀ ਹੋਣ ਤੋਂ ਭਾਵ ਗੁਰੂ ਸਾਹਿਬਾਂ ਵੱਲੋਂ ਇਹ ਭਾਈ ਆਨੰਦ ਚੰਦ ਵਰਗਿਆਂ ਨੂੰ ਆਦੇਸ਼ ਹੋ ਗਿਆ ਹੈ ਕਿ ਜਿਹੜਾ ਵੀ ਕੋਈ ਸੂਰਮਾ ਆਉਂਦਾ ਉਹਨੂੰ ਫੌਜ ਵਿੱਚ ਭਰਤੀ ਕਰੋ, ਤਨਖਾਹਾਂ ਤੇ ਰੱਖੋ। ਜਿਤਨੀ ਕੋਈ ਤਨਖਾਹ ਲੋੜਦਾ ਹੈ, ਕਿਸੇ ਨੂੰ ਮਹੀਨਾ ਜਾਂ ਕੋਈ ਛਮਾਹੀ, ਜਿਤਨੀ ਵੀ ਕੋਈ ਤਨਖਾਹ ਮੰਗਦਾ ਹੈ, ਯੋਗਤਾ ਅਨੁਸਾਰ ਉਹਨਾਂ ਨੂੰ ਫੌਜ ਵਿੱਚ ਭਰਤੀ ਕਰੋ। ਵਿਦਤੀ ਜਗਤ ਗੁਰੂ ਰਣ ਕਾਂਖੇ। ਇਹ ਗੱਲ ਜਗਤ ਵਿੱਚ ਪ੍ਰਗਟ ਹੋ ਗਈ ਕਿ ਸਤਿਗੁਰੂ ਜੀ ਜੰਗ ਦੇ ਕਾਂਖੀ ਹਨ, ਜੰਗ ਦੇ ਇੱਛੁਕ ਹਨ। ਵੀਰ ਸਤੀਰਨ ਕੀ ਵੱਡ ਭੀਰ। ਇਸ ਵਾਸਤੇ ਹੀ ਸਤਿਗੁਰਾਂ ਦੇ ਕੋਲ ਸ਼ਸਤਰ ਧਾਰੀ ਅਤੇ ਧੀਰਜਤਾ ਸੰਯੁਕਤ ਮਹਾਬਲੀ ਸੂਰਮਿਆਂ ਦੀ ਭੀੜ ਬਣੀ ਰਹਿੰਦੀ ਹੈ।
ਗਹਿ ਤੁਫੰਗਨ ਤੋਮਰ ਤੀਰ। ਸਤਿਗੁਰੂ ਜੀ ਤੁਫੰਗ, ਬੰਦੂਕਾਂ, ਤੋਮਰ, ਬਰਛੇ ਅਤੇ ਤੀਰ ਪਕੜਦੇ ਆ ਤਥਾ ਸੂਰਮਿਆਂ ਨੂੰ ਪਕੜਵਾਉਂਦੇ ਐ। ਬ੍ਰਿੰਦ ਮਸੰਦ ਬਿਲੰਦ ਅਤੰਕ। ਸਮੂਹ ਜਿਹੜੇ ਮਸੰਦ ਹਨ ਉਹ ਆਤੰਕਿਤ ਹੋ ਰਹੇ ਐ। ਚੋਜੀ ਪਾਤਸ਼ਾਹ ਸਤਿਗੁਰਾਂ ਦੇ ਇਹਨਾਂ ਚੋਜਾਂ ਨੂੰ ਵੇਖ ਮਸੰਦ ਡਰ ਰਹੇ ਐ, ਮਸੰਦ ਭੈ ਭੀਤ ਹੋ ਰਹੇ ਐ। ਧੁੰਦਬ ਪਰ ਰਹਿ ਚਿਤ ਸ਼ੰਕ। ਤੇ ਹਮੇਸ਼ਾ ਚਿੱਤ ਵਿੱਚ ਸ਼ਸ਼ੰਕਤ ਰਹਿੰਦੇ ਆ ਕਿ ਅੱਜ ਅਥਵਾ ਕੱਲ ਕਦੇ ਨਾ ਕਦੇ ਧੁੰਦਬ ਪਰੈ ਜੰਗ ਦੇ ਨਗਾਰੇ ਵੱਜ ਜਾਣਗੇ। ਕਦੇ ਨਾ ਕਦੇ ਸਤਿਗੁਰਾਂ ਦਾ ਸ਼ਤਰੂ ਦੇ ਨਾਲ, ਉਹ ਫਿਰ ਭਾਵੇਂ ਪਹਾੜੀ ਹੋਣ ਅਥਵਾ ਮੁਗਲ ਹੋਣ, ਸਤਿਗੁਰਾਂ ਦਾ ਜੰਗ ਦਾ ਬਿਗਲ ਵੱਜ ਜਾਵੇਗਾ। ਸ੍ਰੀ ਗੁਰ ਹਰਗੋਬਿੰਦ ਕੀ ਜੰਗ। ਵਿਚਾਰਦੇ ਆ ਮਸੰਦ ਕਿ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜੰਗਾਂ ਕੀਤੀਆਂ। ਸੁਨੇ ਸਮੂਹ ਭਏ ਭਟ ਭੰਗ। ਸੁਣਿਆ ਹੈ ਕਿ ਉਸ ਵੇਲੇ ਵੀ ਬਹੁਤ ਮਹਾਬਲੀ ਸੂਰਮੇ ਗੁਰਾਂ ਦੇ ਸੰਗੀ ਸਿੱਖ ਰਣ ਭੂਮੀ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਇੱਕ ਨਹੀਂ ਅਨੇਕਾਂ ਹੀ ਸਤਿਗੁਰਾਂ ਦੇ ਨਾਲ ਭਾਈ ਜੇਠੇ ਵਰਗੇ ਉਹ ਵੀ ਰਣ ਭੂਮੀ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਸਤਿਗੁਰਾਂ ਦੇ ਨਾਲ ਸੰਗੀ ਸਿੰਘੇ ਪ੍ਰੋਤ ਵਰਗੇ ਉਹ ਵੀ ਰਣ ਭੂਮੀ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਸੁਣਿਆ ਕਿ ਬਹੁਤ ਸਿੱਖ ਜਿਹੜੇ ਗੁਰਾਂ ਨਾਲ ਸ਼ਸਤਰ ਧਾਰੀ ਸੂਰਮੇ ਸਨ ਉਹ ਰਣ ਭੂਮੀ ਵਿੱਚ ਸ਼ਹੀਦ ਹੋ ਗਏ। ਅਨਕ ਰੀਤ ਕੇ ਪਾਏ ਬਿਖਾਦੂ। ਫਿਰ ਅਨੇਕ ਤਰ੍ਹਾਂ ਦੇ ਵਿਖਾਦ ਜਿਹੜੇ ਦੁੱਖ ਕਸ਼ਟ ਉਹ ਝੇਲਦੇ ਰਹੇ। ਚੇਤ ਕੇਤ ਵਿਚਰਤ ਠਾਨਤ ਬਾਦੂ। ਸ਼ਾਹੀ ਫੌਜ ਨਾਲ ਬਾਦ ਝਗੜਾ ਉਪਦਰਵ ਹੋਣੇ ਕਾਰਨ ਜਿੱਤ ਕਿਤ ਵਿਚਰਤ, ਜਿੱਥੇ ਕਿੱਥੇ ਵਿਚਰਦੇ ਰਹੇ। ਇੱਕ ਥਾਂ ਟਿਕ ਕੇ ਬੈਠਣਾ ਨਸੀਬ ਨਹੀਂ ਹੋਇਆ। ਜਿਉਂ ਲੋਹਗੜ੍ਹ ਦਾ ਜੰਗ ਹੋਇਆ, ਅੰਮ੍ਰਿਤਸਰ ਸਾਹਿਬ ਨਗਰੀ ਛੱਡੀ, ਫਿਰ ਕਦੇ ਟਿਕ ਕੇ ਬੈਠੇ ਨਹੀਂ। ਥੋੜਾ ਸਮਾਂ ਕਿਤੇ ਰਹੇ, ਥੋੜਾ ਸਮਾਂ ਕਿਤੇ, ਕਦੇ ਡਰੋਲੀ ਚਲੇ ਗਏ, ਕਦੇ ਇਸੇ ਪ੍ਰਕਾਰ ਕਾਂਗੜ ਚਲੇ ਗਏ, ਕਦੇ ਇੱਧਰ ਆ ਗਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦਪੁਰੇ ਵੱਲ ਨੂੰ, ਤੇ ਕਦੇ ਕਰਤਾਰਪੁਰ, ਕਦੇ ਕੀਰਤਪੁਰ। ਭਾਵ ਬਹੁਤ ਲੰਮਾ ਸਮਾਂ ਇੱਕ ਥਾਂ ਤੇ ਟਿਕ ਕੇ ਰਹਿ ਨਹੀਂ ਪਾਏ, ਕਿਉਂਕਿ ਸ਼ਾਹੀ ਸੈਨਾ ਦੇ ਨਾਲ ਸ਼ਤਰੁਤਾ ਮੁੱਲ ਲੈ ਲਈ। ਬਸ ਹੈ ਆਨੰਦਪੁਰ ਵਿਖੇ ਸੁਖਾਰੇ। ਹੁਣ ਵੀ ਸੁੱਖਾਂ ਨਾਲ ਰਹਿ ਰਹੇ ਹਾਂ। ਸ੍ਰੀ ਆਨੰਦਪੁਰ ਸਾਹਿਬ ਨਗਰੀ ਵਿੱਚ ਹਰ ਤਰ੍ਹਾਂ ਦੇ ਸੁੱਖ ਖੁਸ਼ੀਆਂ ਖੇੜੇ ਹਨ। ਸੰਗਤ ਆਏ ਚੱਲੀ ਜਗ ਸਾਰੇ। ਸਾਰੇ ਜਗਤ ਵਿੱਚੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਕਿਸ ਕੀ ਚਿੰਤਾ ਨਹੀਂ ਕਿਸ ਰੀਤ। ਕਿਸੇ ਦੀ ਵੀ ਚਿੰਤਾ ਨਹੀਂ, ਕਿਸੇ ਵੀ ਤਰ੍ਹਾਂ ਦੇ ਨਾਲ ਹਰ ਪਦਾਰਥ ਦੇ ਭੰਡਾਰੇ ਭਰੇ ਹੋਏ ਆ। ਤਰੁਟੀ ਕੋਈ ਨਹੀਂ ਰਹੀ ਹੁਣ ਘਰ ਵਿੱਚ। ਗੁਰੂ ਘਰ ਵਿੱਚ ਇੱਥੇ ਹਰ ਤਰ੍ਹਾਂ ਦੇ ਪਦਾਰਥ, ਧਨ ਸੰਪਤੀ, ਰਸਤਾਂ ਬਸਤਾਂ, ਮਾਮਲੇ, ਕਮੀ ਕੋਈ ਨਹੀਂ ਹੈ। ਸਰਬ ਪਦਾਰਥ ਘਰ ਮੈਂ ਨੀਤ। ਨਿਤਾ ਪ੍ਰਤੀ ਸਾਰੇ ਪਦਾਰਥ ਘਰ ਵਿੱਚ ਪ੍ਰਾਪਤ ਹਨ। ਉਚਿਤ ਨਹੀਂ ਨਾਹਕ ਉਤਪਾਤੀ। ਇਹ ਯੋਗ ਨਹੀਂ ਹੈ ਇਹ ਗੱਲ ਕਿ ਨਿਹੱਕ ਹੀ ਉਪਦਰਵ ਉਠਾਇਆ ਜਾਵੇ। ਇਹ ਗੱਲ ਯੋਗ ਨਹੀਂ ਹੈ ਨਿਹੱਕ ਹੀ ਜੰਗ ਛੇੜਿਆ ਜਾਵੇ। ਰਾਜੇ ਰਾਜਪੂਤ ਜਿਨ ਜਾਤੀ। ਜਿਹੜੇ ਰਾਜੇ ਆਏ ਭੀਮ ਚੰਦ ਹੋਣੀ, ਹਰੀ ਚੰਦ ਹੰਡੂਰੀਏ ਵਰਗੇ, ਇਹ ਰਾਜਪੂਤਾਣੇ ਵਿੱਚੋਂ ਹਨ। ਜਿਨ੍ਹਾਂ ਦੀ ਜਾਤੀ ਖਸ਼ਤਰੀ ਹੈ, ਰਾਜਪੂਤ ਹਨ। ਰਣ ਮਹਿ ਕਟ ਹੈ ਨਹੀਂ ਮੁਖ ਮੋਰ ਹੈ।
ਰਾਜਪੁਤਾਣਾ ਜਗਤ ਵਿਦਿਤ ਹੈ ਕਿ ਰਣ ਭੂਮੀ ਵਿੱਚ ਇਹ ਆਪਣਾ ਸੀਸ ਤੇ ਕਟਵਾ ਲੈਂਦੇ ਐ, ਪਰ ਕਦੇ ਰਣ ਭੂਮੀ ਵਿੱਚੋਂ ਮੁਖ ਮੋੜਦੇ ਨਹੀਂ ਹੈ। ਇਹ ਇਹਨਾਂ ਦੀ ਸੂਰਮਤਾ ਦੇ ਕਿਸੇ ਵਿਦਿਤ ਹਨ, ਪ੍ਰਗਟ ਹਨ ਕਿ ਕਸ਼ਤਰੀ ਰਾਜਪੂਤ ਆਪਣਾ ਸਿਰ ਤਾਂ ਵਢਾ ਲੈਂਦੇ ਐ, ਪਰ ਰਣ ਵਿੱਚੋਂ ਪੈਰ ਪਿਛਾਂਹ ਨਹੀਂ ਪੁੱਟਦੇ। ਸਿਰ ਭੀ ਦੇਤ ਨਾ ਹੱਠ ਕੋ ਸ਼ੋਰ ਹੈ। ਹੱਠ ਨਹੀਂ ਛੱਡਦੇ, ਭਾਵੇਂ ਆਪਣਾ ਸਿਰ ਵੀ ਕਟਵਾਉਣਾ ਪਵੇ। ਜਾਂ ਤੇ ਸੰਦ ਕਰਨ ਹੀ ਆਸ਼ੀ। ਤੇ ਐਸੇ ਜਿਹੜੇ ਸਿਰ ਵੱਢ ਸੂਰਮੇ ਐ, ਅਰਥਾਤ ਐਸੇ ਜਿਹੜੇ ਕਸ਼ਤਰੀय ਸੂਰਮੇ ਐ, ਉਹਨਾਂ ਦੇ ਨਾਲ ਤੇ ਮੁੱਲ ਲੜਾਈ ਲੈਣੀ ਚ ਚੰਗੀ ਗੱਲ ਨਹੀਂ ਹੈ ਨਾ। ਉਹਨਾਂ ਦੇ ਨਾਲ ਤੇ ਸੰਧੀ ਰੱਖਣੀ, ਮੇਲ ਜੋਲ ਰੱਖਣਾ ਹੀ ਚੰਗਾ ਹੈ। ਬੁਰੀ ਲੜਾਈ ਜੇ ਉਰ ਬਾਂਸ਼ੀ। ਜੇ ਸਤਿਗੁਰੂ ਜੀ ਜੋ ਜੰਗ ਦੇ ਬਾਂਛੀ ਹੋ ਰਹੇ, ਇੱਛਕ ਹੋ ਰਹੇ ਹੈ, ਇਹ ਲੜਾਈ, ਇਹ ਯੁੱਧ, ਇਹ ਜੰਗ ਚੰਗੀ ਗੱਲ ਨਹੀਂ, ਬੜੀ ਮਾੜੀ ਗੱਲ ਹੈ। ਸ਼੍ਰੀ ਗੁਜਰੀ ਕੇ ਨਿਕਟ ਸਿਧਾਰੈ। ਆਪਸ ਵਿੱਚ ਭੈ ਭੀਤ ਹੋਏ ਮਸੰਦਗਣ ਸਲਾਹਾਂ ਕਰਦੇ ਐ, ਫਿਰ ਮਾਤਾ ਗੁਜਰੀ ਜੀ ਦੇ ਕੋਲ ਜਾਂਦੇ ਐ। ਮੇਲ ਕਰ ਡਰ ਉਪਜਾਏ ਉਚਾਰੈ। ਤੇ ਮਿਲ ਕੇ ਮਾਤਾ ਜੀ ਦੇ ਨਾਲ ਤੇ ਐਸੀਆਂ ਭੈ ਵਾਲੀਆਂ ਗੱਲਾਂ ਮਾਤਾ ਜੀ ਨਾਲ ਕਰਕੇ, ਤੇ ਮਾਤਾ ਜੀ ਦੇ ਹਿਰਦੇ ਵਿੱਚ ਵੀ ਜਿਹੜਾ ਡਰ ਭੈ ਉਤਪੰਨ ਕਰਦੇ ਆ ਮਸੰਦ। ਉਤ ਚਵਗਤੇ ਸਾਥ ਬਿਰੁੱਧਾ। ਮਾਤਾ ਜੀ ਤੁਸੀਂ ਜਾਣਦੇ ਹੀ ਹੋ, ਉਧਰ ਚੁਗੱਤੇ ਜੋ ਸਲਤਨਤ ਮੁਗਲੀਆ ਦਾ ਵਰਤਮਾਨ ਸਮੇਂ ਦਾ ਬਾਦਸ਼ਾਹ ਹੈ ਔਰੰਗਜ਼ੇਬ, ਉਹਦੇ ਨਾਲ ਵੀ ਗੁਰੂ ਘਰ ਦੀ ਵਿਰੋਧਤਾ ਬਣੀ ਹੋਈ ਹੈ। ਇਤ ਗਿਰ ਪਤਨ ਸੰਗ ਹੋਏ ਕ੍ਰੁੱਧਾ। ਇੱਧਰ ਗਿਰਪਤੀ ਪਹਾੜੀ ਰਾਜਿਆਂ ਦੇ ਨਾਲ ਵੀ ਗੁਰੂ ਜੀ ਕ੍ਰੋਧਿਤ ਹੋ ਰਹੇ ਹੈ, ਇਹਨਾਂ ਦੇ ਨਾਲ ਵੀ ਵਿਰੋਧਤਾ ਵੱਧਦੀ ਜਾ ਰਹੀ ਹੈ। ਕਰਹਿ ਸੰਗਤਾ ਆਏ ਨਾ ਏਤ ਕੋ। ਜੇ ਕੋਈ ਜੰਗ ਵਾਲਾ ਮਾਹੌਲ ਬਣਿਆ ਤੇ ਮਾਤਾ ਜੀ ਸੰਗਤਾਂ ਨੇ ਇੱਧਰ ਨਹੀਂ ਆਉਣਾ। ਜਿਹੜੀਆਂ ਸੰਗਤਾਂ ਕਾਰ ਭੇਟਾਵਾਂ ਲੈ ਕੇ ਆਉਂਦੀਆਂ ਨਾ ਅਨੰਦਪੁਰ ਸਾਹਿਬ ਨਗਰੀ, ਉਹ ਸੰਗਤਾਂ ਨੇ ਮੁੜ ਕੇ ਇੱਧਰ ਨਹੀਂ ਆਉਣਾ ਜੰਗ ਦੇ ਮਾਹੌਲ ਵਿੱਚ। ਅਨਹਿ ਕੌਣ ਕਰ ਬਹੁ ਬੇਤ ਕੋ। ਸੰਗਤਾਂ ਵੱਲੋਂ ਜਿਹੜਾ ਧਨ ਆਉਂਦਾ ਹੈ, ਕਾਰ ਭੇਟਾ ਆਉਂਦੀ ਹੈ ਬੇਅੰਤ, ਉਹ ਕੌਣ ਲਿਆਵੇਗਾ? ਤੇ ਕਿਵੇਂ ਗੁਰੂ ਘਰ ਵਿੱਚ ਕਾਰ ਭੇਟਾ ਪਹੁੰਚੇਗੀ? ਜਬ ਹੈ ਆਮਦਨ ਧਨ ਹੋਏ ਥੋਰਾ। ਤੇ ਜਦੋਂ ਆਮਦਨੀ ਹੀ ਧਨ ਦੀ ਥੋੜੀ ਹੋਵੇਗੀ, ਧਨ ਹੀ ਥੋੜਾ ਆਵੇਗਾ। ਚਲਹਿ ਖਰਚ ਕੇਮ ਗਾਨ ਭਟ ਘੋਰਾ। ਤੇ ਦੱਸੋ ਫਿਰ, ਸਮੂਹ ਭੱਟ ਸੂਰਮਿਆਂ ਦਾ ਖਰਚ ਹੈ, ਘੋੜੇ ਰੱਖੇ ਹੋਏ ਹਨ, ਸੂਰਮਿਆਂ ਦੀਆਂ ਤਨਖਾਹਾਂ ਜਾਂਦੀਆਂ ਹਨ, ਉਹਨਾਂ ਦੇ ਲੰਗਰ ਪ੍ਰਸ਼ਾਦੇ ਤੇ ਖਰਚਾ ਬੇਅੰਤ ਹੁੰਦਾ ਹੈ। ਘੋੜੇ ਰੱਖੇ ਐ, ਘੋੜਿਆਂ ਨੂੰ ਘਾਹ ਦਾਣਾ, ਇਸੇ ਪ੍ਰਕਾਰ ਨਿਹਾਰੀਆਂ, ਘੋੜਿਆਂ ਦੇ ਸੇਵਾਦਾਰ ਜਿਹੜੇ ਤਬੇਲੇ 'ਚ ਰੱਖੇ ਹੋਏ ਹਨ, ਲਦੈੜਾ ਹਟਾਉਣ ਵਾਲੇ, ਖਰਕਣਾ ਕਰਨ ਵਾਲੇ, ਉਹਨਾਂ ਦੀਆਂ ਤਨਖਾਹਾਂ, ਖਰਚ ਵੀ ਮਾਤਾ ਜੀ ਵੇਖੋ ਕਿੰਨਾ ਹੈ, ਬੇਅੰਤੀ ਤੇ ਖਰਚਾ ਹੈ ਗੁਰੂ ਘਰ ਦਾ। ਜਦ ਆਮਦਨੀ ਘਟ ਗਈ, ਖਰਚ ਪੂਰਾ ਕਿਵੇਂ ਹੋਵੇਗਾ? ਅਨਗਨ ਮਨ ਹੀ ਅਨ ਅਨਾਵੈ। ਅਣਗਿਣਤ ਮਨ ਅੰਨ ਮੰਗਾਉਂਦੇ ਆ। ਉਚਿਤ ਹੈ ਕਿ ਸੰਗਤਾਂ ਵੀ ਬੇਅੰਤ ਆਉਂਦੀਆਂ ਛਕਦੀਆਂ ਲੰਗਰ ਵਿੱਚੋਂ, ਪਰ ਕੀ ਫੌਜਾਂ ਵੀ ਤੇ ਬੇਅੰਤ ਹੈ ਨਾ। ਗੁਰਾਂ ਨੇ ਰੱਖੇ ਹੋਏ ਜਿਹੜੇ ਸੁਭਟ ਸੂਰਮੇ ਹੈ, ਉਹ ਵੀ ਬੇਅੰਤ ਹੈ, ਤੇ ਉਹਨਾਂ ਦਾ ਵੀ ਪ੍ਰਸ਼ਾਦਾ ਲੰਗਰ 'ਚ ਹੀ ਪੱਕਦਾ। ਬੇਅੰਤ ਤੇ ਅੰਨ ਜਿਹੜਾ ਉਹ ਪਕਾ ਦਈਦਾ। ਦੀਰਗ ਦੇਗ ਬਨਹਿ ਤ੍ਰਿਪਤਾਵੈ। ਬਹੁਤ ਵੱਡੀ ਦੇਗ ਬਣਦੀ ਹੈ, ਲੰਗਰ ਪ੍ਰਸ਼ਾਦਾ ਬਣਦਾ ਹੈ,
ਤਾਂ ਸਾਰੇ ਤ੍ਰਿਪਤ ਹੁੰਦੇ ਆ। ਲੰਗਰ ਦਾ ਖਰਚਾ ਹੀ ਮਾਣ ਨਹੀਂ ਹੈ। ਸ੍ਰੀ ਸਤਿਗੁਰ ਕੀ ਬੈਸ ਨਵੀਨਾ। ਮਾਤਾ ਜੀ ਸਤਿਗੁਰਾਂ ਦੀ ਆਯੂ ਹਲੇ ਨਵੀਂ ਹੈ। ਆਬ ਲੋ ਪਿਖਿਓ ਨਹੀਂ ਰਾਣ ਕੀਨਾ। ਹਲੇ ਤੱਕ ਉਹਨਾਂ ਨੇ ਜੰਗ ਕਰਕੇ ਵੇਖਿਆ ਨਹੀਂ ਹੈ ਕਿ ਜੰਗ ਦਾ ਪ੍ਰਭਾਵ ਕੀ ਹੁੰਦਾ ਹੈ, ਜੰਗ ਦਾ ਜੋ ਛਿੱਟਾ ਕੀ ਹੁੰਦਾ ਹੈ, ਜੰਗ ਦਾ ਫਿਰ ਫਲ ਕੀ ਹੁੰਦਾ ਹੈ, ਹਲੇ ਇਹ ਜਾਣਦੇ ਨਹੀਂ ਹੈ। ਦਿਪਤ ਤੇਜ ਕਹਿ ਸਕਹਿ ਨਾ ਕੋਈ। ਹੁਣ ਉਹਨਾਂ ਦਾ ਤੇਜ ਦਿਪਤ ਪ੍ਰਕਾਸ਼ ਦਾ ਹੈ। ਜਦੋਂ ਉਹ ਤਖਤ ਤੇ ਬਹਿ ਕੇ ਕੋਈ ਮਤਾ ਪਾਸ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਤੇਜ ਪ੍ਰਤਾਪ ਅੱਗੋਂ ਕੋਈ ਬੋਲ ਨਹੀਂ ਸਕਦਾ। ਭਾਵੇਂ ਬੈਠੇ ਹੋਏ ਹੁੰਦੇ ਬੇਅੰਤ ਸਭਾ ਸਤਿਗੁਰਾਂ ਦੀ ਹਜ਼ੂਰੀ ਵਿੱਚ, ਮਜਾਲ ਹੈ ਕੋਈ ਸਾਹਮਣੇ ਉਹਨਾਂ ਦੀ ਗੱਲ ਕੱਟ ਸਕੇ, ਸਮਰੱਥਾ ਹੀ ਨਹੀਂ ਕਿਸੇ ਦੀ। ਰੁਖ ਅਨੁਸਾਰ ਸਮੀਪੀ ਹੋਈ। ਜਿੰਨੇ ਸਮੀਪੀ ਨਿਕਟਵਰਤੀ ਹੈ ਸਾਰੇ ਉਹਨਾਂ ਦੇ ਰੁਖ ਅਨੁਸਾਰੀ ਹੋ ਜਾਂਦੇ। ਜਿਵੇਂ ਗੁਰਦੇਵ ਕਹਿੰਦੇ 7 ਬਚਨ ਕਹਿ ਦਿੰਦੇ ਸਾਰੇ ਹੀ। ਆਪ ਦਿਲਾਸਾ ਦੇ ਸਮਝਾਵੋ। ਸੋ ਮਾਤਾ ਜੀ ਤੁਸੀਂ ਕੋਈ ਦਿਲਾਸਾ ਦੇ ਕੇ ਤੇ ਕਲਗੀਧਰ ਪਾਤਸ਼ਾਹ ਨੂੰ ਸਮਝਾਓ। ਗਿਰਪਤ ਸੋ ਜਿਨ ਬੈਰ ਵਢਾਵੋ। ਇਹ ਗਿਰਪਤ ਜਿਹੜਾ ਭੀਮ ਚੰਦ ਹੈ ਜਾਂ ਸਮੂਹ ਪਹਾੜੀ ਰਾਜੇ ਹੈ, ਇਹਨਾਂ ਦੇ ਨਾਲ ਜਿਹੜਾ ਵੈਰ ਹੈ ਮਤਾਂ ਵਧਾਓ, ਵੈਰ ਨਾ ਪਾਓ। ਇਹ ਗੱਲ ਸਮਝਾਓ ਸਤਿਗੁਰਾਂ ਨੂੰ। ਇਤਿਆਦਿਕ ਬਹੁ ਕਹਿ ਬਣਾਏ। ਇਤਿਆਦ ਬਹੁਤ ਗੱਲਾਂ ਜਿਹੜੀਆਂ ਉਹ ਬਣਾ ਕੇ ਭੈ ਸੰਯੁਗਤ ਜਿਹੜੇ ਮਸੰਦ ਹੈ ਉਹ ਮਾਤਾ ਜੀ ਨੂੰ ਕਹਿੰਦੇ ਹੈ। ਔਰ ਮਾਤਾ ਕੇ ਤਰਾਸ ਉਪਾਏ। ਮਾਤਾ ਜੀ ਦੇ ਹਿਰਦੇ ਵਿੱਚ ਵੀ ਜਿਹੜਾ ਤਰਾਸ ਡਰ ਭੈ ਹੈ ਇਹ ਉਤਪੰਨ ਕਰ ਦਿੰਦੇ ਹੈ। ਚਿੰਤਾ ਬਸ ਚਿਤਵਤ ਬਹੁ ਰਹਿ। ਫਿਰ ਮਾਤਾ ਜੀ ਵੀ ਚਿੰਤਾ ਵਸ ਹੋ ਜਾਂਦੇ, ਬਹੁਤ ਚਿਤਵਦੇ ਰਹਿੰਦੇ, ਸੋਚਦੇ ਰਹਿੰਦੇ। ਸੋਤ ਸੁਭਾਵ ਪਿਖ ਅਚਰਜ ਲਹੈ। ਪੁੱਤਰ ਦੇ ਸੁਭਾਅ ਨੂੰ ਵੇਖ ਕੇ ਮਾਤਾ ਜੀ ਹੈਰਾਨ ਵੀ ਹੁੰਦੇ ਐ, ਅਸਚਰਜ ਵੀ ਹੁੰਦੇ ਐ ਤੇ ਸੋਚਦੇ ਰਹਿੰਦੇ ਐ। ਕਿਉਂ ਜੰਗ ਦਾ ਮਾਹੌਲ ਮਾਤਾ ਜੀ ਨੇ ਪ੍ਰਥਮ ਵੀ ਵੇਖਿਆ ਹੋਇਆ ਹੈ। ਮਾਤਾ ਗੁਜਰੀ ਜੀ ਨੇ ਜੰਗ ਦਾ ਮਾਹੌਲ, ਕਿਉਂਕਿ ਕਰਤਾਰਪੁਰ ਸਾਹਿਬ ਵਾਲਾ ਜਿਸ ਵੇਲੇ ਜੰਗ ਹੋਇਆ ਹੈ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਨੇ ਇਹ ਸਾਰਾ ਜੰਗ ਦਾ ਮਾਹੌਲ ਉੱਥੇ ਵੇਖਿਆ ਹੈ। ਫਿਰ ਪ੍ਰਥਮ ਲਏ ਹੋਏ ਜੰਗਾਂ ਦੇ ਪ੍ਰਸੰਗ ਵੀ ਸੁਣੇ ਤੇ ਸਿਆਣੇ ਹੈ। ਜੰਗ ਕੀ ਬਾਤ ਬੁਰੀ, ਗੁਰਾਂ ਵੀ ਇਹ ਬਚਨ ਕਿਹਾ ਸੀ। ਜੰਗ ਕੋਈ ਬਹੁਤ ਚੰਗੀ ਗੱਲ ਨਹੀਂ ਹੁੰਦੀ, ਪਰ ਮਜਬੂਰਨ ਧਰਮ ਦੀ ਰੱਖਿਆ ਵਾਸਤੇ ਜਿਹੜਾ ਜੰਗ ਹੈ ਉਹ ਸੂਰਬੀਰਾਂ ਨੂੰ ਕਰਨਾ ਪੈਂਦਾ ਹੈ। ਅਵਤਾਰੀ ਪੁਰਖਾਂ ਨੂੰ ਜੰਗ ਜਿਹੜਾ ਹੈ ਉਹ ਕਰਨਾ ਪੈਂਦਾ। ਕਿਉਂ ਜਦੋਂ ਸੰਸਾਰ ਦੇ ਉੱਤੇ ਧਰਮ ਦਾ ਜਿਹੜਾ ਹੈ ਉਹ ਅਲੋਪ ਹੋਣਾ ਸ਼ੁਰੂ ਹੋ ਜਾਵੇ ਤੇ ਅਧਰਮ ਤੇ ਅਰਾਜਕਤਾ ਅਧਿਕ ਫੈਲ ਰਹੀ ਹੋਵੇ ਤਾਂ ਉਸ ਵੇਲੇ ਅਵਤਾਰੀ ਪੈਗੰਬਰੀ ਪੁਰਖ ਜਿਹੜੇ ਹੈ ਉਹਨਾਂ ਦਾ ਸੰਸਾਰ ਵਿੱਚ ਮਾਤਲੋਕ ਵਿੱਚ ਆਉਣ ਦਾ ਪ੍ਰਯੋਜਨ ਹੀ ਇਹ ਹੁੰਦਾ ਹੈ ਕਿ ਇੱਥੇ ਆ ਕੇ ਧਰਮ ਦੀ ਸਥਾਪਨਾ ਕਰਨ ਵਾਸਤੇ ਦੁਸ਼ਟਾਂ ਦਾ ਵਿਨਾਸ਼ ਕੀਤਾ ਜਾਵੇ। ਕਿਉਂ ਜਿੰਨਾ ਚਿਰ ਦੁਸ਼ਟਾਂ ਦਾ ਨਾਸ਼ ਨਹੀਂ ਹੋਵੇਗਾ ਧਰਮ ਦੀ ਸਥਾਪਨਾ ਨਹੀਂ ਹੋਵੇਗੀ। ਸੋ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਗੁਰਾਂ ਦਾ ਜਿਸ ਕਾਰਨ ਵਸ ਅਵਤਾਰ ਹੋਇਆ, ਸਤਿਗੁਰੂ ਜੀ ਉਸ ਕਾਰਜ ਵਿੱਚ ਜੁਟੇ ਹੋਏ ਹੈ। ਪਰ ਮਾਤਾ ਜੀ ਪ੍ਰਥਮ ਲੀਆਂ ਜੰਗਾਂ ਦੇ ਬਾਬਤ ਸੋਚ ਕੇ ਤਥਾ ਮਸੰਦਾਂ ਦੇ ਐਸੇ ਭੈ ਸੰਯੁਗਤ ਕਹੇ ਹੋਏ ਜਿਹੜੇ ਬਚਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮਾਤਾ ਜੀ ਦਾ ਵੀ ਹਿਰਦਾ ਜਿਹੜਾ ਹੈ ਉਹ ਵਿਚਾਰਨ ਵਾਸਤੇ ਮਜਬੂਰ ਹੋ ਜਾਂਦਾ ਹੈ ਕਿ ਜੰਗ ਕਰਨਾ ਯੋਗ ਨਹੀਂ ਹੈ। ਜਿਹੋ ਜਿਹੀਆਂ ਇਹ ਜੰਗ ਦੀਆਂ ਗੱਲਾਂ ਤੇ ਜੰਗ ਦਾ ਮਾਹੌਲ ਸਿਰਜ ਰਹੇ ਹੈ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਜੀ,
ਇਹਨਾਂ ਨੂੰ ਇਸ ਗੱਲੋਂ ਵਰਜਣਾ ਚਾਹੀਦਾ ਹੈ, ਰੋਕਣਾ ਚਾਹੀਦਾ ਹੈ। ਇਹ ਮਾਤਾ ਜੀ ਚਿਤਵ ਦੇ ਸੋਚਦੇ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਪੁਸ਼ਪ ਦੀ ਅਰਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਚਿੰਤਾ ਬਸ ਚਿਤਵਤ ਬਹੁ ਰਹੈ, ਸੋਤ ਸੁਭਾਵ ਪੇਖ ਅਚਰਜ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।